आसा काहू दीने पाट पटंबर, काहू परंग निवारा, काहू घरी गोदरी नाही, काहू खान परारा। अहरखवाद न कीजै रे मन, सुकृत कर कर लीजै रे मन। रहाओ कुम्हारै एक जो माटी गूंदी, बहु बिध बानी लाई। काहू मैं मोती मुक्ताहल, काहू ब्याद लगाई। सु मैं धन राखण को दिया, मुग्ध कह धन मेरा। जम का दंड मूंड में लागे, खिन में करे नबेरा। हर जन उत्तम भगत सदावे, आज्ञा मन सुख पाई। जो तिस भावै सत कर माने, भाणा मन वसाई। कह कबीर सुनो रे संतो, मेरी मेरी झूठी। चिरगट फार चटारा ले गयो, तरी तागरी छूटी। वाहिगुरु जी का खालसा, वाहिगुरु जी की फतेह। गुरु सवारी साध संगत, ये पावन शब्द राग आसा विच भगत कबीर जी इस पावन शब्द राਹੀਂ अपने मन ਨੂੰ ਵੀ ਸਮਝਾਉਂਦੇ ਹਨ ਤੇ ਸਾਨੂੰ ਵੀ ਸਿੱਖਿਆ ਦਿੰਦੇ ਹਨ। ਕਿਉਂਕਿ ਗੁਰਮਤਿ ਦਾ ਇਹ ਸੰਦੇਸ਼ ਹੈ ਕਿ ਪ੍ਰਥਮੇ ਮਨ ਪ੍ਰਬੋਧੇ ਆਪਣਾ, ਪਾਛੇ ਅਵਰ ਰਿਝਾਵੇ। ਸੱਚਮੁੱਚ ਜਿਨ੍ਹਾਂ ਦਾ ਆਪਣਾ ਮਨ ਸਮਝ ਜਾਂਦਾ ਹੈ, ਉਹਨਾਂ ਦੇ ਸਮਝਾਉਣ ਦਾ ਅਸਰ ਵੀ ਦੂਜਿਆਂ ਉੱਤੇ ਬਹੁਤ ਪੈਂਦਾ। ਕਿਉਂਕਿ ਇੱਥੇ ਸ਼ਬਦ ਰੇ ਮਨ ਆਇਆ ਰਹਾਉ ਦੀ ਪੰਕਤੀ ਵਿੱਚ। ਕਿਉਂਕਿ ਭਗਤ ਕਬੀਰ ਜੀ ਮਨੁੱਖਤਾ ਦੇ ਉਹ ਪ੍ਰਤੀਨਿਧ ਹਨ ਜਿਹੜੇ ਇਸ ਗੱਲ ਨੂੰ ਭਲੀ ਭਾਂਤ ਸਮਝਦੇ ਨੇ ਕਿ ਸਾਡਾ ਸਮਾਜ ਕਿਉਂ ਦੁਖੀ ਹੋ ਰਿਹਾ। ਇਹਦਾ ਕਾਰਨ ਹੈ ਇੱਕ ਦੂਜੇ ਨਾਲ ਈਰਖਾ ਕਰਨੀ, ਸਾੜਾ ਕਰਨਾ। ਕਿਸੇ ਦੇ ਚੰਗੇ ਮਕਾਨ ਦੇਖ ਕੇ, ਕਿਸੇ ਨੂੰ ਚੰਗਾ ਭੋਜਨ ਖਾਂਦਿਆਂ ਦੇਖ ਕੇ, ਕਿਸੇ ਦੇ ਚੰਗੇ ਕੱਪੜੇ ਵੇਖ ਕੇ ਈਰਖਾ ਕਰਨੀ। ਔਰ ਇਹ ਆਮ ਤੌਰ 'ਤੇ ਦੇਖਣ ਵਿੱਚ ਆਉਂਦਾ ਹੈ ਕਿ ਲੋਕ ਇਸ ਈਰਖਾ ਦੀ ਅੱਗ ਵਿੱਚ ਸੜ ਰਹੇ। ਭਗਤ ਕਬੀਰ ਜੀ ਆਪਣੇ ਮਨ ਨੂੰ ਸੰਬੋਧਨ ਕਰਕੇ ਕਹਿੰਦੇ ਨੇ, ਐ ਰਖਵਾਦ ਨ ਕੀਜੈ ਰੇ ਮਨ। ਹੇ ਮਨ, ਈਰਖਾ ਤੇ ਝਗੜਾ ਕਿਉਂ ਕਰਦਾ? ਦੋ ਚੀਜ਼ਾਂ ਨੇ, ਇੱਕ ਹੈ ਈਰਖਾ ਕਰਨੀ, ਇੱਕ ਹੈ ਫਿਰ ਵਾਦ ਝਗੜਾ ਕਰਨਾ। ਭਗਤ ਜੀ ਕਹਿੰਦੇ ਨੇ, ਹੇ ਮਨਾ, ਤੂੰ ਕਿਉਂ ਈਰਖਾ ਕਰਦਾ? ਕਿਉਂ ਤੂੰ ਲੋਕਾਂ ਨਾਲ ਝਗੜੇ ਕਰਦਾ? ਸੁਕ੍ਰਿਤ ਕਰ ਕਰ ਲੀਜੈ ਰੇ ਮਨ। ਹੇ ਮਨ, ਤੂੰ ਵੀ ਚੰਗੇ ਕੰਮ ਕਰਿਆ ਕਰ, ਤੂੰ ਵੀ ਨੇਕ ਕਮਾਈ ਕਰਿਆ ਕਰ, ਤੂੰ ਵੀ ਆਪਣੇ ਪਰਮਾਤਮਾ ਨੂੰ ਖੁਸ਼ ਰੱਖਿਆ ਕਰ। ਸੱਚ ਜਾਣੋ, ਜਿਹੜੇ ਬੰਦੇ ਨੇਕ ਕਮਾਈ ਕਰਦੇ ਨੇ ਉਹ ਕਦੇ ਰੋਟੀ ਤੋਂ ਭੁੱਖੇ ਨਹੀਂ ਮਰਦੇ। ਪਰ ਜਿਹੜੇ ਈਰਖਾ ਦੀ ਅੱਗ ਵਿੱਚ ਸੜਦੇ ਨੇ, ਜਿਹੜੇ ਹਰ ਵੇਲੇ ਝਗੜੇ ਕਰਦੇ ਰਹਿੰਦੇ ਨੇ, ਉਹ ਸਦਾ ਹੀ ਦੁਖੀ ਰਹਿੰਦੇ। ਇਸ ਲਈ ਮਹਾਂਪੁਰਖਾਂ ਦੇ ਜਿਹੜੇ ਉਪਦੇਸ਼ ਹਨ ਉਹ ਹਰ ਪ੍ਰਾਣੀ ਮਾਤਰ ਲਈ ਸਾਂਝੇ ਹਨ। ਇਹ ਠੀਕ ਹੈ, ਕਈ ਵਿਦਵਾਨਾਂ ਨੇ ਇਹ ਉਥਾਨਕਾ ਲਿਖ ਦਿੱਤੀ ਜੀ। ਕੁਝ ਬੰਦੇ ਆਏ, ਉਹ ਭਗਤ ਜੀ ਦੇ ਸਨਮੁਖ ਈਰਖਾ ਕਰਨ ਲੱਗੇ, ਸੜਨ ਲੱਗੇ, ਕਹਿਣ ਲੱਗੇ ਭਗਤ ਜੀ ਫਲਾਣੇ ਕੋਲ ਆ ਹੈ। ਕਹਿਣ ਦਾ ਮਤਲਬ ਕਿ ਪਹਿਲਾਂ ਆਪਣੇ ਮਨ ਨੂੰ ਸਮਝਾਈਏ।
ਮੇਰੇ ਖਿਆਲ ਵਿੱਚ ਮਨ ਵਰਗਾ ਕੋਈ ਮਿੱਤਰ ਨਹੀਂ ਹੈਗਾ। ਭਗਤ ਕਬੀਰ ਜੀ ਨੇ ਤੇ ਬਾਣੀ ਵਿੱਚ ਸਪਸ਼ਟ ਲਿਖਿਆ ਆਪਣੀ ਕਿ ਇਹ ਮਨ ਬੜਾ ਸਾਥੀ ਹੈ ਬੰਦੇ ਦਾ। ਮੰਮਾ ਮਨ ਸਿਉ ਕਾਜ ਹੈ, ਮਨ ਸਾਧੇ ਸਿੱਧ ਹੋਏ। ਮਨ ਹੀ ਮਨ ਸਿਉ ਕਹਿ ਕਬੀਰਾ, ਮਨ ਸਾ ਮਿਲਿਆ ਨਾ ਕੋਈ। ਜਿਨ੍ਹਾਂ ਦਾ ਮਨ ਮੰਨ ਜਾਂਦਾ, ਸਮਝ ਜਾਂਦਾ, ਉਹ ਕਦੇ ਈਰਖਾ ਨਹੀਂ ਕਰਦੇ, ਉਹ ਕਦੇ ਕਿਸੇ ਨਾਲ ਸਾੜਾ ਨਹੀਂ ਕਰਦੇ। ਤੋ ਭਗਤ ਜੀ ਦੀ ਇਹ ਪੰਗਤੀ ਸਾਰੇ ਸੰਸਾਰ ਲਈ ਸ਼ਾਂਤੀ ਪੈਦਾ ਕਰਨ ਵਾਸਤੇ ਕਿਤਨੀ ਸਾਰਥਕ ਹੈ। ਐ ਰਖਵਾਦ ਨ ਕੀਜੈ ਰੇ ਮਨ, ਸੁਕ੍ਰਿਤ ਕਰ ਕਰ ਲੀਜੈ ਰੇ ਮਨ। ਸੁਕ੍ਰਿਤ ਜੋ ਅਸੀਂ ਕਰਦੇ ਹਾਂ ਉਸ ਨੂੰ ਕਿਰਤ ਕਹਿੰਦੇ। ਕਿਰਤ ਦੀਆਂ ਦੋ ਕਿਸਮਾਂ ਹਨ, ਇੱਕ ਹੈ ਦੁਕ੍ਰਿਤ, ਇੱਕ ਹੈ ਸੁਕ੍ਰਿਤ। ਦੁਕ੍ਰਿਤ ਦਾ ਮਤਲਬ ਹੈ ਖੋਟੇ ਕੰਮ, ਸੁਕ੍ਰਿਤ ਦਾ ਮਤਲਬ ਹੈ ਚੰਗੇ ਕੰਮ। ਤੋ ਭਗਤ ਜੀ ਕਹਿੰਦੇ ਨੇ ਤੂੰ ਵੀ ਚੰਗੇ ਕੰਮ ਕਰਿਆ ਕਰ, ਤੂੰ ਵੀ ਨੇਕ ਕੰਮ ਕਰਿਆ ਕਰ, ਨੇਕ ਕਮਾਈ ਕਰਿਆ ਕਰ। ਨੇਕ ਕਮਾਈ ਵਿੱਚੋਂ ਦਸਵੰਧ ਕੱਢ ਕੇ ਲੋੜਵੰਦਾਂ ਨੂੰ ਦਿਆ ਕਰ, ਤੇ ਤੇਰੇ ਤੇ ਵੀ ਕਿਰਪਾ ਹੋ ਜਾਏਗੀ। ਭਾਵ ਤੂੰ ਈਰਖਾ ਦੀ ਅੱਗ ਵਿੱਚ ਨਾ ਸੜ ਤੇ ਨਾ ਦੂਜਿਆਂ ਦੇ ਪਦਾਰਥਾਂ ਨੂੰ ਵੇਖ ਕੇ ਸਾੜਾ ਕਰਨਾ ਕਰ। ਇਹ ਰਹਾਉ ਦੀ ਪੰਗਤੀ। ਐ ਰਖਵਾਦ ਨ ਕੀਜੈ ਰੇ ਮਨ, ਸੁਕ੍ਰਿਤ ਕਰ ਕਰ ਲੀਜੈ ਰੇ ਮਨ। ਇਹ ਗੱਲ ਬਾਰ-ਬਾਰ ਸਮਝਾਈ ਜਾਂਦੀ ਹੈ ਕਿ ਮਨ ਜਦੋਂ ਨੰਨੇ ਨੂੰ ਔਂਕੜ ਹੋਵੇ ਉਹ ਨਾਉਨ ਪੁਲਿੰਗ ਇੱਕ ਵਚਨ ਹੈ। ਜਦੋਂ ਮਨ ਦਾ ਨੰਨਾ ਮੁਕਦਾ ਹੋਵੇ ਮਨ ਸੰਬੋਧਨ ਹੈ। ਜਦੋਂ ਮਨ ਦੇ ਨੰਨੇ ਨੂੰ ਸਿਹਾਰੀ ਲੱਗ ਜਾਏ ਮਨ ਵਿੱਚ ਦੀ ਗੱਲ ਹੈ, ਮਨ ਦੁਆਰਾ ਦੀ ਗੱਲ ਹੈ। ਤੇ ਜਦੋਂ ਮਨ ਦੇ ਮੰਮੇ ਨੂੰ ਟਿੱਪੀ ਲੱਗ ਜਾਏ ਮੰਨਣ ਦੀ ਗੱਲ ਹੈ। ਇੱਥੇ ਕਿਉਂਕਿ ਰੇ ਮਨ, ਮਨ ਦਾ ਨੰਨਾ ਮੁਕਤਾ ਹੈ, ਮਨ ਸੰਬੋਧਨ ਹੈ। ਮਨ ਮੇਰੇ ਕੋਲ ਵੀ ਹੈ, ਮਨ ਤੁਹਾਡੇ ਕੋਲ ਵੀ। ਆਪਾਂ ਸਾਰੇ ਆਪਣੇ ਆਪਣੇ ਮਨ ਨੂੰ ਸਮਝਾਈ। ਐ ਰਖਵਾਦ ਨ ਕੀਜੈ ਰੇ ਮਨ, ਸੁਕ੍ਰਿਤ ਕਰ ਕਰ ਲੀਜੈ ਰੇ ਮਨ। ਰਹਾਉ ਕਾਹੂ ਦੀਨੇ ਪਾਠ ਪਟੰਬਰ, ਕਾਹੂ ਪਲੰਗ ਨਿਵਾਰਾ। ਪਰਮਾਤਮਾ ਨੇ ਹਰ ਬੰਦੇ ਦੇ ਕੀਤੇ ਹੋਏ ਕਰਮਾਂ ਅਨੁਸਾਰ ਕਿਸੇ ਨੂੰ ਤੇ ਦਿੱਤੇ ਹਨ ਪਾਟ ਬਸਤਰ, ਪਟੰਬਰ ਰੇਸ਼ਮੀ ਬਸਤਰ, ਕਾਹੂ ਪਲੰਗ ਨਿਵਾਰਾ, ਤੇ ਕਈਆਂ ਨੂੰ ਸੌਣ ਲਈ ਨਵਾਰੀ ਪਲੰਗ ਦਿੱਤੇ ਹਨ। ਨਵਾਰੀ ਪਲੰਗ ਇਹ ਵੀ ਇੱਕ ਸੁੱਖ ਦਾ ਸਾਧਨ ਮੰਨਿਆ ਜਾਂਦਾ। ਭਾਵ ਉਸ ਪਰਮਾਤਮਾ ਨੇ ਵੱਖ-ਵੱਖ ਜੀਵਾਂ ਨੂੰ ਉਹਨਾਂ ਦੇ ਕੀਤੇ ਹੋਏ ਕਰਮਾਂ ਅਨੁਸਾਰ ਕਾਹੂ ਦੀਨੇ ਪਾਟ ਪਟੰਬਰ, ਕਾਹੂ ਪਲੰਗ ਨਿਵਾਰਾ, ਕਾਹੂ ਗਰੀ ਗੋਦਰੀ ਨਾਹੀ, ਕਾਹੂ ਖਾਨ ਪਰਾਰਾ। ਕਾਹੂ ਕਿਸੇ ਨੂੰ ਗਲੀ ਹੋਈ ਗੋਦੜੀ ਦਿੱਤੀ ਹੈ ਤੇ ਕਈਆਂ ਨੂੰ ਖਾਨ ਪਰਾਰਾ। ਆਮ ਵਿਦਵਾਨਾਂ ਨੇ ਪਰਾਰਾ ਦਾ ਅਰਥ ਪਰਾਲੀ ਕੀਤਾ। ਕਈ ਵਿਦਵਾਨਾਂ ਨੇ ਇਸ ਦਾ ਅਰਥ ਪਰਾਏ ਘਰ ਦਾ ਮੰਗ ਕੇ ਖਾਣਾ। ਕਈ ਵਿਚਾਰੇ ਮੰਗ ਕੇ ਖਾਂਦੇ ਹਨ। ਪਰ ਇਹ ਮਨਾ ਤੂੰ ਈਰਖਾ ਨਾ ਕਰਿਆ ਕਰ। ਐ ਰਖਵਾਦ ਨ ਕੀਜੈ ਰੇ ਮਨ, ਸੁਕ੍ਰਿਤ ਕਰ ਕਰ ਲੀਜੈ ਰੇ ਮਨ। ਰਹਾਉ ਕੁਮਾਰੈ ਏਕ ਜੋ ਮਾਟੀ ਗੂੰਦੀ, ਬਹੁ ਬਿਧ ਬਾਨੀ ਲਾਈ। ਆਖਿਆ ਜਿਸ ਤਰ੍ਹਾਂ ਇੱਕ ਘੁਮਿਆਰ ਇੱਕੋ ਥਾਂ ਤੋਂ ਮਿੱਟੀ ਪੱਟ ਕੇ ਲਿਆਉਂਦਾ, ਫਿਰ ਉਹ ਮਿੱਟੀ ਵਿੱਚ ਪਾਣੀ ਪਾ ਕੇ ਉਹਨੂੰ ਗੁੰਨਦਾ, ਤਿਆਰ ਕਰਦਾ। ਫਿਰ ਉਸ ਮਿੱਟੀ ਦੇ ਵਿੱਚੋਂ ਕਈ ਤਰ੍ਹਾਂ ਦੇ ਭਾਂਡੇ ਤਿਆਰ ਕਰਦਾ। ਬਹੁ-ਬਿਧ ਬਾਣੀ ਲਾਈ ਦਾ ਮਤਲਬ ਕਈ ਕਿਸਮਾਂ ਦੀ ਉਹਨਾਂ ਨੂੰ ਰੰਗਤ ਦਿੱਤੀ, ਵੰਨੀ ਦਿੱਤੀ, ਸਜਾਵਟ ਦਿੱਤੀ। ਕੋਈ ਭਾਂਡਾ ਛੋਟਾ ਹੈ, ਕੋਈ ਭਾਂਡਾ ਵੱਡਾ ਹੈ, ਕਿਸੇ ਦਾ ਕੋਈ ਨਾਮ ਰੱਖਦਾ, ਕਿਸੇ ਦਾ ਕੋਈ ਨਾਮ।
ਇਹ ਸਾਨੂੰ ਸਮਝਾਉਣ ਦਾ ਇੱਕ ਤਰੀਕਾ ਹੈ। ਕੁਮਾਰੈ ਏਕ ਜੋ ਮਾਟੀ ਗੂੰਦੀ, ਬਹੁ ਬਿਦਬਾਨੀ ਲਾਈ। ਉਸੇ ਮਿੱਟੀ ਵਿੱਚੋਂ ਕਈ ਤਰ੍ਹਾਂ ਦੇ ਉਸ ਨੇ ਭਾਂਡੇ ਬਣਾ ਦਿੱਤੇ। ਆਪੇ ਭਾਂਡੇ ਸਾਜੀਆਂ ਆਪੇ ਪੂਰਨ ਦੇ। ਇੱਕ ਨੀ ਦੁੱਧ ਸਮਾਈਐ ਇੱਕ ਚੁੱਲ੍ਹੇ ਰਹਿਣ ਚੜੇ। ਇੱਕ ਨਿਹਾਲੀ ਪੈ ਸਮਨ ਇੱਕ ਉੱਪਰ ਰਹਿਣ ਖੜੇ। ਤਿਨਾ ਸਵਾਰੇ ਨਾਨਕਾ ਜਿਨ ਕੋ ਨਜ਼ਰ ਕਰੇ। ਆਪੇ ਸਾਜੇ ਕਰੇ ਆਪ ਜਾਈ ਵੀ ਰੱਖੇ ਆਪ। ਇਹ ਪਰਮਾਤਮਾ ਦੀ ਮੌਜ ਹੈ। ਉਸ ਨੇ ਪੰਜਾਂ ਤੱਤਾਂ ਰੂਪੀ ਮਿੱਟੀ ਤੋਂ ਸਾਡੇ ਸਭ ਦੇ ਸਰੀਰ ਬਣਾਏ। ਕਾਹੂ ਮੈਂ ਮੋਤੀ ਮੁਕਤਾ ਹਲ। ਉਹਨਾਂ ਭਾਂਡਿਆਂ ਵਿੱਚ ਕਿਸੇ ਵੀ ਤਾਂ ਮੋਤੀ ਪਾਏ ਨੇ, ਮੁਕਤਾਹਲ ਮੋਤੀਆਂ ਦੇ ਗਹਿਣੇ ਪਾਏ। ਕਿਉਂਕਿ ਪਹਿਲੇ ਸਮਿਆਂ ਵਿੱਚ ਲੋਕ ਸਭ ਕੁਝ ਮਿੱਟੀ ਦੇ ਭਾਂਡਿਆਂ ਵਿੱਚ ਹੀ ਰੱਖਦੇ ਸਨ। ਤਥਾ ਕਈ ਭਾਂਡਿਆਂ ਵਿੱਚ ਉਸ ਨੇ ਚੰਗੇ ਵਿਚਾਰ ਪਾ ਦਿੱਤੇ ਨੇ, ਭਗਤੀ ਗਿਆਨ ਵੈਰਾਗ ਬਖਸ਼ ਦਿੱਤੇ ਨੇ। ਤੇ ਕਾਹੂ ਵਿਆਧ ਲਗਾਈ। ਕਈ ਐਸੇ ਵੀ ਨੇ ਜਿਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਚੰਬੇੜ ਦਿੱਤੀਆਂ, ਕਈ ਤਰ੍ਹਾਂ ਦੇ ਵਿਕਾਰ ਵਿਸ਼ੇ ਵਿਚਾਰ ਲਾਤੇ ਨੇ। ਭਾਵ ਮਿੱਟੀ ਇੱਕੋ ਹੀ ਹੈ, ਬਣਾਉਣ ਵਾਲਾ ਇੱਕੋ ਹੀ ਹੈ। ਕੁਮਾਰੈ ਏਕ ਜੋ ਮਾਟੀ ਗੂੰਦੀ, ਬਹੁ ਬਿਦਬਾਨੀ ਲਾਈ। ਕਾਹੂ ਮੈਂ ਮੋਤੀ ਮੁਕਤਾ ਹਲ ਕਾਹੂ ਵਿਆਧ ਲਗਾਈ। ਸੂ ਮੈਂ ਧਨ ਰਾਖਣ ਕੋ ਦੀਆ, ਮੁਗਧ ਕਹਿ ਧਨ ਮੇਰਾ। ਤੁਸੀਂ ਜਾਣਦੇ ਹੋ ਸ਼ੂਮ ਕੰਜੂਸ ਬੰਦੇ ਨੂੰ ਕਿਹਾ ਜਾਂਦਾ, ਜਿਹੜਾ ਪੈਸੇ ਖਰਚ ਨਹੀਂ ਕਰ ਸਕਦਾ, ਜਿਹੜਾ ਪੈਸੇ ਇਕੱਠੇ ਕਰ ਕਰਕੇ ਜਮ੍ਹਾਂ ਕਰੀ ਜਾਂਦਾ। ਕਈ ਲੋਕਾਂ ਦਾ ਸੁਭਾਅ ਹੁੰਦਾ, ਉਹ ਕਹਿੰਦੇ ਨੇ ਚਮੜੀ ਤੇ ਭਾਵੇਂ ਚਲੀ ਜਾਏ ਦਮੜੀ ਨਾ ਜਾਏ। ਉਹਨਾਂ ਨੂੰ ਸਮਾਜ ਵਿੱਚ ਸ਼ੂਮ ਕਿਹਾ ਜਾਂਦਾ, ਕੰਜੂਸ ਕਿਹਾ ਜਾਂਦਾ, ਕਿਰਪਨ ਕਿਹਾ ਜਾਂਦਾ। ਕਹਿੰਦੇ ਸੂਮੇ ਧਨ ਰਾਖਣ ਕੋ ਦੀਆ। ਸ਼ੂਮ ਬੰਦੇ ਨੂੰ ਪਰਮਾਤਮਾ ਨੇ ਧਨ ਦਿੱਤਾ ਹੈ, ਪਰ ਸਿਰਫ ਰੱਖਣ ਵਾਸਤੇ। ਭਗਤ ਜੀ ਨੇ ਸ਼ੂਮ ਬੰਦੇ ਨੂੰ ਉਸ ਬੰਦੇ ਨਾਲ ਤੁਲਨਾ ਦਿੱਤੀ ਹੈ ਜਿਹੜਾ ਪੁੱਤਰੀ ਨਾਲ ਪਿਆਰ ਤੇ ਕਰਦਾ ਪਰ ਉਹਨੂੰ ਵਰਤਦਾ ਨਹੀਂ। ਆਖਿਆ ਇਸੇ ਤਰ੍ਹਾਂ ਸੂਮੈ ਧਨ ਰਾਖਣ ਕੋ ਦੀਆ, ਮੁਗਧ ਕਹਿ ਧਨ ਮੇਰਾ। ਜਾਣਕਾਰੀ ਲਈ ਬਾਰ-ਬਾਰ ਦੱਸਿਆ ਜਾਂਦਾ ਕਿ ਗੁਰਬਾਣੀ ਵਿੱਚ ਧਨ ਅੱਖਰ ਕਈ ਰੂਪਾਂ ਵਿੱਚ ਆਉਂਦਾ। ਇੱਥੇ ਧਨ ਦਾ ਮਤਲਬ ਹੈ ਦੌਲਤ। ਜੇ ਧਨ ਨਾ ਮੁਕਤਾ ਹੋ ਜਾਏ ਤੇ ਧਨ ਦਾ ਮਤਲਬ ਹੈ ਇਸਤਰੀ, ਤੇ ਜੇ ਦੇ ਉੱਤੇ ਟਿੱਪੀ ਲੱਗ ਜਾਏ ਤੇ ਧਨ ਧਨ ਦੇ ਯੋਗ। ਇੱਥੇ ਧਨ ਦਾ ਮਤਲਬ ਹੈ ਪੈਸਾ ਧੇਲਾ ਹੋਰ ਚੀਜ਼ਾਂ। ਸੂਮੈ ਧਨ ਰਾਖਣ ਕੋ ਦੀਆ, ਮੁਗਧ ਕਹਿ ਧਨ ਮੇਰਾ। ਉਹ ਮੂਰਖ ਇਹ ਕਹਿਣਾ ਸ਼ੁਰੂ ਕਰ ਦਿੰਦਾ ਹੈ, ਇਹ ਮੇਰਾ ਧਨ ਹੈ, ਇਹ ਮੇਰੀ ਜ਼ਮੀਨ ਹੈ, ਇਹ ਮੇਰੀ ਸੰਪਤੀ ਹੈ, ਇਹ ਮੇਰੇ ਮਕਾਨ ਹਨ। ਇਹ ਕਹੀ ਪਰ ਜਮ ਕਾ ਡੰਡ ਮੂੰਡ ਮੈਂ ਲਾਗੇ, ਖਿਨ ਮੈਂ ਕਰੇ ਨਬੇਰਾ। ਆਖਿਆ ਜਦੋਂ ਜਮ ਦਾ ਡੰਡਾ ਉਹਦੇ ਸਿਰ ਤੇ ਵੱਜਦਾ, ਭਾਵ ਜਦੋਂ ਇਸ ਸੰਸਾਰ ਤੋਂ ਉਹਦਾ ਕੂਚ ਹੁੰਦਾ, ਤੇ ਉਹ ਧਨ ਜਿਹੜਾ ਹੈ ਉਹ ਇੱਥੇ ਦਾ ਇੱਥੇ ਰਹਿ ਜਾਂਦਾ। ਖਿਨ ਮੈਂ ਕਰੇ ਨਬੇੜਾ, ਅੱਖ ਫਰਕਣ ਦੇ ਸਮੇਂ ਵਿੱਚ ਨਬੇੜਾ ਹੋ ਜਾਂਦਾ ਵੀ ਇਹ ਧਨ ਕਿਸ ਦਾ। ਬਾਣੀ ਵਿੱਚ ਬੜੇ ਤਰੀਕਿਆਂ ਨਾਲ ਮਹਾਰਾਜ ਨੇ ਸਮਝਾਇਆ। ਆਖਿਆ ਬੰਦੇ ਦੀ ਇਹ ਮੂਰਖਤਾ ਹੈ ਕਿ ਪਰਮਾਤਮਾ ਨੇ ਤੇ ਦਿੱਤਾ ਸੀ ਧਨ ਵਰਤਣ ਵਾਸਤੇ, ਇਹ ਉਹਨੂੰ ਜਮ੍ਹਾਂ ਕਰਨ ਲੱਗ ਪਿਆ, ਇਹ ਉਹਦੇ ਤੇ ਕਬਜ਼ਾ ਕਰ ਬੈਠਾ, ਇਹ ਕਹਿੰਦਾ ਮੈਂ ਇਹਦਾ ਮਾਲਕ ਹੈਗਾ। ਪਰ ਹੁਣ ਜਦੋਂ ਜੰਮ ਦਾ ਡੰਡਾ ਵੱਜਿਆ, ਜਦੋਂ ਇਸ ਸੰਸਾਰ ਤੋਂ ਕੂਚ ਕੀਤਾ, ਫਿਰ ਉਹ ਧਨ ਜਿਹਨਾਂ ਦਾ ਸੀ ਉਹਨਾਂ ਨੇ ਸਾਂਭ ਲਿਆ।
ਮੁਗਧ ਕਹਿ ਧਨ ਮੇਰਾ, ਇਹ ਮੂਰਖਤਾ। ਇਸੇ ਲਈ ਗੁਰੂ ਘਰ ਵਿੱਚ ਧਨ ਨੂੰ ਗੁਜਰਾਨ ਕਿਹਾ ਹੈ। ਪਰ ਮਾਇਆ ਦਾ ਮਤਲਬ ਇਹ ਨਹੀਂ ਹੈਗਾ ਕਿ ਉਹਦੇ ਤੇ ਕਬਜ਼ਾ ਕਰਕੇ ਬੈਠ। ਸੁਮੈ ਧਨ ਰਾਖਣ ਕੋ ਦੀਆ, ਮੁਗਧ ਕਹਿ ਧਨ ਮੇਰਾ। ਜਮ ਕਾ ਡੰਡ ਮੂੰਡ ਮੈਂ ਲਾਗੈ, ਖਿਨ ਮੈਂ ਕਰੇ ਨਬੇਰਾ। ਅੱਖ ਫਰਕਣ ਦੇ ਸਮੇਂ ਵਿੱਚ ਨਬੇੜਾ ਹੋ ਜਾਂਦਾ। ਨਾਂਗੇ ਆਵਣ ਨਾਂਗੇ ਜਾਣਾ, ਕੋਈ ਨਾ ਰਹਿ ਰਾਜਾ ਰਾਣਾ। ਸਭ ਨੰਗੇ ਆਏ ਤੇ ਨੰਗੇ ਜਾਣ। ਹੁਣ ਇਹ 3 ਪਦਿਆਂ ਵਿੱਚ ਭਗਤ ਜੀ ਨੇ ਸਾਨੂੰ ਸਮਝਾ ਦਿੱਤਾ। ਕਿਆ ਕਮਾਲ ਹੈ ਸਮਝਾਉਣ ਦਾ ਤਰੀਕਾ। ਪਰ ਜਿਹੜੇ ਗੁਰੂ ਦੀ ਗੱਲ, ਭਗਤ ਜੀ ਦੀ ਗੱਲ ਸੁਣ ਕੇ ਸਮਝ ਲੈਣਗੇ, ਉਹਨਾਂ ਦਾ ਜੀਵਨ ਸੁਖੀ ਹੋ ਜਾਏਗਾ। ਬਾਣੀ ਗੁਰੂ ਜੀ ਤੇ ਫਰਮਾਉਂਦੇ ਨੇ, ਬਿਨਾ ਸੰਤੋਖ ਨਹੀਂ ਕੋ ਰਾਜੈ, ਸੁਪਨ ਮਨੋਰਥ ਬਿਰਥੇ ਸਭ ਕਾਜੈ। ਬਿਨਾ ਸੰਤੋਖ ਨਹੀਂ ਕੋ ਰਾਜੈ, ਸੁਪਨ ਮਨੋਰਥ ਬਿਰਥੇ ਸਭ ਕਾਜੈ। ਨਾਮ ਰੰਗ ਸਰਬ ਸੁਖ ਹੋਏ, ਬੜ ਭਾਗੀ ਕਿਸੇ ਪ੍ਰਾਪਤ ਹੋਏ। ਲਓ ਅਖੀਰ ਵਿੱਚ ਭਗਤ ਜੀ ਚੌਥੇ ਤੇ 5ਵੇਂ ਪਦ ਵਿੱਚ ਬਹੁਤ ਸੁੰਦਰ ਗੱਲ ਕਰ। ਹਰ ਜਨ ਊਤਮ ਭਗਤ ਸਦਾਵੈ, ਆਗਿਆ ਮਨ ਸੁਖ ਪਾਈ। ਜਿਹੜੇ ਹਰੀ ਦੇ ਜਨ ਹਨ, ਕਿਉਂਕਿ ਇੱਥੇ ਜਨ ਦੇ ਨੰਨੇ ਨੂੰ ਔਂਕੜ ਹੈ। ਜਿਹੜਾ ਹਰੀ ਦਾ ਜਨ ਹੈ, ਜਿਹੜਾ ਹਰੀ ਦਾ ਸਿਮਰਨ ਕਰਨ ਵਾਲਾ ਹੈ, ਊਤਮ ਭਗਤ ਸਦਾਵੈ, ਉਹਨੂੰ ਸਾਰੇ ਸੰਸਾਰ ਵਿੱਚ ਉੱਤਮ ਸ੍ਰੇਸ਼ਟ ਭਗਤ ਕਿਹਾ ਜਾਂਦਾ। ਕਿਉਂ? ਆਗਿਆ ਮਨ ਸੁਖ ਪਾਈ। ਉਹ ਪਰਮਾਤਮਾ ਦੀ ਆਗਿਆ ਨੂੰ ਮਨ ਵਿੱਚ ਮੰਨਦਾ, ਉਹਦੇ ਭਾਣੇ ਵਿੱਚ ਰਹਿੰਦਾ, ਉਹਦੀ ਰਜ਼ਾ ਵਿੱਚ ਰਹਿੰਦਾ ਤੇ ਸਦਾ ਹੀ ਸੁਖ ਦੀ ਪ੍ਰਾਪਤੀ ਕਰਦਾ। ਜੋ ਤਿਸ ਭਾਵੈ ਸਤ ਕਰ ਮਾਨੈ, ਭਾਣਾ ਮਨ ਵਸਾਈ। ਜੋ ਤਿਸ ਭਾਵੈ, ਜੋ ਮਾਲਕ ਨੂੰ ਚੰਗਾ ਲੱਗਦਾ, ਉਹਨੂੰ ਸਤ ਸਤ ਕਰਕੇ ਮੰਨਦਾ। ਹੁਣ ਗੁਰਬਾਣੀ ਵਿੱਚ ਸਤ ਵੀ 3 ਰੂਪਾਂ ਵਿੱਚ ਆਉਂਦਾ। ਇੱਕ ਸਤ ਹੈ ਤੱਤੇ ਨੂੰ ਸਿਆਰੀ ਵਾਲਾ, ਇੱਕ ਸਤ ਹੈ ਤੱਤੇ ਨੂੰ ਔਂਕੜ ਵਾਲਾ, ਇੱਕ ਸਤ ਹੈ ਤੱਤਾ ਮੁਕਤਾ। ਇਹ ਨਿਯਮ ਬਾਰ-ਬਾਰ ਇਸ ਲਈ ਦ੍ਰਿੜਾਏ ਤੇ ਸਮਝਾਏ ਜਾਂਦੇ ਨੇ ਕਿ ਪਾਠ ਕਰਨ ਵਾਲਿਆਂ ਨੂੰ, ਪਾਠ ਸੁਣਨ ਵਾਲਿਆਂ ਨੂੰ, ਪਾਠ ਦੀ ਵਿਚਾਰ ਕਰਨ ਵਾਲਿਆਂ ਨੂੰ ਇਹ ਪਤਾ ਲੱਗ ਜਾਏ ਕਿ ਇੱਥੇ ਸਤ ਦਾ ਕੀ ਮਤਲਬ ਹੈ। ਆਖਿਆ ਜੋ ਤਿਸ ਭਾਵੈ ਸਤ ਕਰ ਮੰਨੈ। ਜੋ ਮਾਲਕ ਨੂੰ ਚੰਗਾ ਲੱਗਦਾ ਉਸ ਦੀ ਰਜ਼ਾ ਵਿੱਚ ਰਾਜ਼ੀ ਰਹਿੰਦਾ, ਉਹਨੂੰ ਸਿਰ ਮੱਥੇ ਤੇ ਸੱਚਾ ਕਰਕੇ ਮੰਨਦਾ, ਉਹਦੇ ਤੇ ਕਦੇ ਕਿੰਤੂ ਪਰੰਤੂ ਨਹੀਂ ਕਰਦਾ। ਭਾਣਾ ਮਨ ਵਸਾਈ, ਔਰ ਉਸ ਦੇ ਭਾਣੇ ਨੂੰ, ਉਹਦੀ ਰਜ਼ਾ ਨੂੰ, ਉਹਦੇ ਹੁਕਮ ਨੂੰ ਮਨ ਵਿੱਚ ਵਸਾਉਂਦਾ। ਹੁਣ ਦੇਖੋ, ਇੱਕ ਮਨ ਨੰਨੇ ਨੂੰ ਸਿਆਰੀ ਵਾਲਾ ਆਇਆ, ਇੱਕ ਮਨ ਨੰਨਾ ਮੁਕਤਾ ਹੈ, ਇੱਕ ਮਨ ਨੰਨੇ ਨੂੰ ਔਂਕੜ ਹੈ। ਹੁਣ ਇੱਥੋਂ ਸਾਨੂੰ ਸੇਧ ਮਿਲ ਗਈ। ਤੋ ਆ ਗਿਆ ਹਰ ਜਨ ਊਤਮ ਭਗਤ ਸਦਾਵੈ। ਜਿਹੜਾ ਹਰੀ ਦਾ ਜਨ ਹੈ, ਊਤਮ ਸ੍ਰੇਸ਼ਟ ਭਗਤ, ਆਗਿਆ ਮਨ ਸੁਖ ਪਾਈ। ਉਹ ਆਪਣੇ ਮਨ ਵਿੱਚ ਪਰਮਾਤਮਾ ਦੀ ਆਗਿਆ ਨੂੰ, ਹੁਕਮ ਨੂੰ ਮੰਨਦਾ। ਇਸੇ ਲਈ ਪਾਤਸ਼ਾਹ ਨੇ ਕਿਹਾ ਹੈ, ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਹਰ ਜਨ ਊਤਮ ਭਗਤ ਸਦਾਵੇ, ਆਗਿਆ ਮਨ ਸੁਖ ਪਾਈ। ਜੋ ਤਿਸ ਭਾਵੈ ਸਤ ਕਰ ਮੰਨੈ। ਇੱਥੇ ਤਿਸ ਦਾ ਮਤਲਬ ਪਰਮਾਤਮਾ ਨੂੰ ਜੋ ਚੰਗਾ ਲੱਗਦਾ, ਉਹਨੂੰ ਉਹ ਸੱਚ ਸੱਚ ਕਰਕੇ ਮੰਨਦਾ ਤੇ ਭਾਣਾ ਮਨ ਵਸਾਈ। ਤੇ ਉਹ ਅਕਾਲ ਪੁਰਖ ਦੇ ਭਾਣੇ ਨੂੰ ਮਨ ਵਿੱਚ ਵਸਾਉਂਦਾ, ਉਹਦੀ ਰਜ਼ਾ ਵਿੱਚ ਰਾਜ਼ੀ ਰਹਿੰਦਾ, ਕਦੇ ਕਿੰਤੂ ਪਰੰਤੂ ਨਹੀਂ ਕਰਦਾ। ਕਹਿ ਕਬੀਰ ਸੁਨੋ ਰੇ ਸੰਤੋ। ਹੁਣ ਸਾਨੂੰ ਸਾਰਿਆਂ ਨੂੰ, ਹੇ ਸਤਸੰਗੀਓ, ਹੇ ਸੰਤ ਜਨੋ, ਹੇ ਭਗਤ ਜਨੋ, ਮੇਰੀ ਗੱਲ ਸੁਣੋ। ਮੇਰੀ ਮੇਰੀ ਝੂਠੀ, ਇਹ ਤੁਸੀਂ ਮੇਰੀ ਮੇਰੀ ਕਰਕੇ
ਸੰਸਾਰ ਵਿੱਚ ਈਰਖਾ ਕਰ ਰਹੇ ਹੋ, ਝਗੜੇ ਕਰ ਰਹੇ ਹੋ, ਇਹ ਸਭ ਝੂਠਾ ਹੈ। ਯਾਦ ਰੱਖੋ ਇੱਕ ਦਿਨ ਉਹ ਆਵੇਗਾ, ਚਿਰਗਟ ਫਾਰ ਚਟਾਰਾ ਲੈ ਗਇਓ, ਤਰੀ ਤਾਗਰੀ ਛੂਟੀ। ਕਹਿੰਦੇ ਜਿਸ ਦਿਨ ਉਹ ਕਾਲ ਰੂਪੀ ਬਿੱਲਾ ਆਏਗਾ, ਉਹ ਇਸ ਸਰੀਰ ਰੂਪੀ ਪਿੰਜਰੇ ਵਿੱਚੋਂ ਜਿੰਦ ਕੱਢ ਕੇ ਲੈ ਜਾਏ। ਤਰੀ ਤਾਗਰੀ ਛੂਟੀ, ਇਹ ਜਿਹੜੀਆਂ ਠੂਠੀਆਂ, ਇਹ ਜਿਹੜੀਆਂ ਕੁੱਜੀਆਂ, ਇਹ ਜਿਹੜੀਆਂ ਪਿਆਲੀਆਂ ਸਭ ਇੱਥੇ ਰਹਿ ਜਾਣਗੇ। ਇਸੇ ਲਈ ਭਗਤ ਜਨਾਂ ਨੇ ਸਾਨੂੰ ਸਮਝਾਇਆ, ਭਾਈ ਹੰਕਾਰੀ ਨਾ ਬਣੋ, ਈਰਖਾ ਨਾ ਕਰੋ। ਆਖਿਆ ਸਾਡਾ ਪ੍ਰੇਮ ਤੇ ਉਸ ਵਾਹਿਗੁਰੂ ਨਾਲ ਹੈ, ਤੇ ਵਾਹਿਗੁਰੂ ਨਾਲ ਹੀ ਪਿਆਰ ਕਰਨਾ ਚਾਹੀਦਾ ਹੈ। ਅੱਜ ਸੰਸਾਰ ਵਿੱਚ ਜਿੰਨੇ ਝਗੜੇ ਇਸ ਮੇਰੀ ਕਰਕੇ ਹੋ ਰਹੇ ਨੇ, ਉਹ ਸ਼ਾਂਤ ਹੋ ਸਕਦੇ ਨੇ ਜੇ ਅਸੀਂ ਮਹਾਂਪੁਰਖਾਂ ਦੇ ਬਚਨਾਂ ਨੂੰ ਸੁਣ ਕੇ, ਪੜ੍ਹ ਕੇ ਮੰਨੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।